सब दे विचाले कांग्रेस दे विचों कड्ढे गए सुरजीत मान जश्न मना रहे ने, लड्डू वंड रहे ने। पार्टी तो उन्होंने बाहर किया गया ते हुण वो लड्डू वंड के अपने साथियों नाल खुशी मनाउंदे होए नजर आए ते अपने पुराने स्टैंड दे उत्ते कायम भी नजर आउंदे ने। पंजाब कांग्रेस ਦੇ ਵਿੱਚ ਵੱਡੇ ਉਥਲ-ਪੁਥਲ ਹੋਏ ਨੇ। ਤੁਹਾਨੂੰ ਦੱਸ ਦਈਏ ਕਿ ਰਾਜਾ ਵੜਿੰਗ ਪ੍ਰਧਾਨ ਬਣੇ ਨੇ ਪੰਜਾਬ ਕਾਂਗਰਸ ਦੇ ਤੇ ਉਸ ਤੋਂ ਬਾਅਦ ਸੁਰਜੀਤ ਸਿੰਘ ਧਮਾਨ ਨੂੰ ਉਹਨਾਂ ਦੇ ਸ਼ਬਦੀ ਹਮਲਿਆਂ ਕਾਰਨ ਪਾਰਟੀ ਵਿੱਚੋਂ ਬਾਹਰ ਕੀਤਾ ਗਿਆ ਤੇ ਹੁਣ ਇਸ ਵਕਤ ਅਸੀਂ ਧਮਾਨ ਸਾਹਿਬ ਦੇ ਕੋਲੇ ਮੌਜੂਦ ਹਾਂ। ਧਮਾਨ ਸਾਹਿਬ ਕਿਵੇਂ ਦੇਖਦੇ ਹੋ? ਤੁਸੀਂ ਪਹਿਲਾਂ ਵੀ ਬਿਆਨ ਦਿੱਤੇ ਨੇ ਆਪਣੀ ਪਾਰਟੀ ਦੇ ਖਿਲਾਫ ਜਦੋਂ ਤੁਸੀਂ ਕਾਂਗਰਸ ਦੇ ਵਿੱਚ ਸੀ, ਹੁਣ ਬਿਆਨ ਦਿੱਤੇ ਨੇ ਤਾਂ ਤੁਹਾਨੂੰ ਪਾਰਟੀ ਚੋਂ ਬਾਹਰ ਕਰ ਦਿੱਤਾ ਗਿਆ। ਇਹਦਾ ਤਾਂ ਦੇਖੋ ਪਾਰਟੀ ਵਾਲੇ ਹੀ ਵੱਧ ਜਵਾਬ ਦੇ ਸਕਦੇ ਕਿ ਹੁਣ ਮੈਨੂੰ ਕਿਉਂ ਬਾਹਰ ਕਰਿਆ ਗਿਆ, ਪਹਿਲਾਂ ਕਿਉਂ ਨਹੀਂ ਬਾਹਰ ਕਰਿਆ ਗਿਆ। ਹੁਣ ਮੈਂ ਤਾਂ 2017 ਤੋਂ ਲੈ ਕੇ ਕਾਂਗਰਸ ਪਾਰਟੀ ਦੇ ਜੋ ਵੀ ਗਤੀਵਿਧੀਆਂ ਕਾਂਗਰਸ ਪਾਰਟੀ ਨੇ ਪੰਜਾਬ ਦੇ ਨਾਲ ਜੋ ਕਹਿ ਕੇ ਅਸੀਂ ਸੱਤਾ ਦੇ ਵਿੱਚ ਆਏ ਉਹ ਅਸੀਂ ਵਾਅਦੇ ਪੂਰੇ ਨਹੀਂ ਕਰੇ। ਮੈਂ ਤਾਂ 2017 ਤੋਂ ਲੈ ਕੇ ਨੁਕਤੇਚੀਨੀ ਕਰਦਾ ਰਿਹਾ, ਆਵਾਜ਼ ਆਪਦੀ ਉਠਾਉਂਦਾ ਰਿਹਾ, ਅੱਜ ਵੀ ਉਠਾਈ ਹੈ। ਅੱਜ ਵੀ ਕਾਹਦੇ ਵਾਸਤੇ ਉਠਾਈ ਹੈ? ਮੇਰਾ ਕੁਛ ਜਾਤੀ ਵਿਰੋਧ ਨਹੀਂ ਹੈ। ਅੱਜ ਹੀ ਮੈਂ ਕਹਿਣਾ ਚਾਹਿਆ ਕਿ ਤੁਸੀਂ ਨੇ ਜਿਹੜਾ ਪ੍ਰਧਾਨ ਪਹਿਲਾਂ ਨਵਜੋਤ ਸਿੱਧੂ ਲਾਇਆ ਸੀ ਉਹਦੇ ਹੱਥ ਬੰਨ੍ਹ ਤੇ ਤੁਸੀਂ ਉਹਨੂੰ ਕੰਮ ਨਹੀਂ ਕਰਨ ਦਿੱਤਾ। ਇਸ ਕਰਕੇ ਸਾਨੂੰ ਆਹ ਟਾਈਮ ਦੇਖਣਾ ਪਿਆ। ਅਗਰ ਤੁਸੀਂ ਉਹਨੂੰ ਫਰੀ ਹੈਂਡ ਛੱਡ ਦਿੰਦੇ ਸ਼ਾਇਦ ਆਹ ਟਾਈਮ ਅਸੀਂ ਨਾ ਦੇਖਦੇ। ਔਰ ਅੱਜ ਜੇ ਤੁਸੀਂ ਉਹਨੂੰ ਪ੍ਰਧਾਨ ਬਦਲ ਲਿਆ, ਸਾਰੇ ਪ੍ਰਧਾਨਾਂ ਤੋਂ ਅਸਤੀਫੇ ਲਏ, ਸਭ ਤੋਂ ਪਹਿਲਾਂ ਤਾਂ ਜਿਹੜੀ ਸੈਂਟਰ ਦੀ ਦਿੱਲੀ ਦੀ ਕਾਂਗਰਸ ਹੈ ਉਹਨੂੰ ਅਸਤੀਫੇ ਦੇਣੇ ਬਣਦੇ ਨੇ, ਕਿਉਂਕਿ ਉਹਨਾਂ ਦੀ ਵੀ ਓਡੀ ਵੱਡੀ ਨਲਾਇਕੀ ਹੈ। ਹੁਣ ਇਹ 'ਚ ਕੋਈ ਸੂਬਿਆਂ ਦੇ ਪ੍ਰਧਾਨਾਂ ਤੋਂ ਅਸਤੀਫੇ ਲੈ ਲਏ, ਇਹ ਕਿੱਧਰਲਾ ਨੇ? ਪਹਿਲਾਂ ਉਹਨਾਂ ਨੂੰ ਅਸਤੀਫਾ ਦੇਣਾ ਬਣਦਾ ਤੇ ਫਿਰ ਸੂਬੇ ਦੇ ਪ੍ਰਧਾਨਾਂ ਤੋਂ ਅਸਤੀਫੇ ਲੈ ਲੈਂਦੇ, ਕੋਈ ਡਰ ਨਹੀਂ ਸੀ। ਔਰ ਜੇ ਇਹਨਾਂ ਨੇ ਨਵਾਂ ਪ੍ਰਧਾਨ ਬਣਾਇਆ ਫਿਰ ਹੁਣ ਇਹ ਕਿਸ ਹੈਸੀਅਤ ਨਾਲ ਬਣਾਇਆ? ਇਹ ਉਹੀ ਬੰਦਾ ਜਿਹਨੂੰ ਸਾਰੇ ਪੰਜਾਬ ਦੇ ਲੋਕ ਜਾਣਦੇ ਨੇ ਕਿ ਇਹ ਜਦੋਂ ਯੂਥ ਦਾ ਪ੍ਰਧਾਨ ਸੀ 2 ਸੂਬਿਆਂ ਦੇ, ਜਦੋਂ ਇਹਨੂੰ ਇੰਚਾਰਜ ਲਾਇਆ ਉਦੋਂ ਪੈਸੇ ਟਿਕਟਾਂ ਵੇਚ ਕੇ ਆਇਆ ਤੇ ਉਹੀ ਪ੍ਰਧਾਨ ਹੈ। ਕਿ ਉਹਦਾ ਨਿਯਮ ਦਿੱਤਾ ਇਹਨੂੰ? ਜਾਂ ਇਹ ਕਹਿ ਲਈਏ ਕਿ ਇਹਨੂੰ ਤਜਰਬਾ ਜ਼ਿਆਦਾ ਤਾਂ ਪ੍ਰਧਾਨ ਲਾਤਾ ਵੀ ਗਾਹਾਂ ਲੋਕ ਸਭਾ ਦੀਆਂ ਚੋਣਾਂ ਆਉਣਗੀਆਂ, 27 'ਚ ਚੋਣਾਂ ਆਉਣਗੀਆਂ, ਉਦੋਂ ਚੰਗੀ ਤਰ੍ਹਾਂ ਟਿਕਟਾਂ ਦੇ ਸੌਦੇ ਕਰ ਲੂਗਾ ਇਹ। ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ। ਵੱਡੀ ਖਬਰ ਇਸ ਸਮੇਂ ਆ ਰਹੀ ਹੈ, ਸਨਅਤ ਵਿਭਾਗ ਦੇ ਨਾਲ ਮੁੱਖ ਮੰਤਰੀ ਨੇ ਮੀਟਿੰਗ ਕੀਤੀ ਹੈ। ਕਲੀਅਰੈਂਸ ਪ੍ਰਕਿਰਿਆ ਨੂੰ ਆਸਾਨ ਬਣਾਉਣ ਦੇ ਲਈ ਜਿਹੜਾ ਡਿਪਾਰਟਮੈਂਟ ਹੈ ਉਸ ਨੂੰ ਕਿਹਾ ਗਿਆ, ਉਸ ਨੂੰ ਤਾਕੀਦ ਕੀਤੀ ਗਈ ਹੈ ਰੋਜ਼ਗਾਰ ਦੇਣ ਵਾਲੀ ਇੰਡਸਟਰੀ ਦੇ ਉੱਤੇ ਖਾਸ ਫੋਕਸ ਕੀਤਾ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਰੋਜ਼ਗਾਰ ਮਿਲੇ। ਸਿੰਗਲ ਵਿੰਡੋ ਸਿਸਟਮ ਨੂੰ ਵੀ ਮਜ਼ਬੂਤ ਬਣਾਓ, ਇਹ ਵੀ ਮੁੱਖ ਮੰਤਰੀ ਦੇ ਵੱਲੋਂ ਕਿਹਾ ਗਿਆ। ਤਾਂ ਜਿਹੜਾ ਇੰਡਸਟਰੀ ਡਿਪਾਰਟਮੈਂਟ ਹੈ ਪੰਜਾਬ ਸਰਕਾਰ ਦਾ, ਉਹਨਾਂ ਨੂੰ ਇਹ ਤਾਕੀਦ ਦਿੱਤੀ ਗਈ ਹੈ। ਉਹਨਾਂ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਮੁੱਖ ਮੰਤਰੀ ਪੰਜਾਬ ਨੇ ਕੀਤੀ ਹੈ ਤੇ ਜਿਹੜੇ ਅਹਿਮ ਇਸ਼ੂਜ਼ ਹੁੰਦੇ ਨੇ ਖਾਸ ਤੌਰ ਤੇ ਹੁੰਦਾ ਹੈ ਕਿ ਅਪਰੂਵਲਸ ਬਹੁਤ ਸਾਰੀਆਂ ਥਾਵਾਂ ਤੋਂ ਲੈਣੇ ਪੈਂਦੇ ਨੇ, ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ। ਜੇਕਰ ਕਿਸੇ ਨੇ ਇੰਡਸਟਰੀ ਲਗਾਉਣੀ ਹੈ ਪੰਜਾਬ ਦੇ ਵਿੱਚ ਤਾਂ ਅਲੱਗ-ਅਲੱਗ ਥਾਵਾਂ ਤੋਂ ਜਾ ਕੇ ਅਪਰੂਵਲਸ ਲੈਣੀਆਂ ਪੈਂਦੀਆਂ ਨੇ, ਇਸ ਕਰਕੇ ਬਹੁਤ ਸਮਾਂ ਲੱਗ ਜਾਂਦਾ ਤਾਂ ਉਸ ਨੂੰ ਸਿੰਗਲ ਵਿੰਡੋ ਕਿਹਾ ਜਾਂਦਾ ਕਿ ਤੁਹਾਨੂੰ ਇੱਕ ਥਾਂ ਦੇ ਉੱਤੇ ਜਾ ਕੇ ਹੀ ਸਾਰੀਆਂ ਜਿਹੜੀਆਂ ਕਲੀਅਰੈਂਸ ਨੇ ਉਹ ਮਿਲ ਜਾਣਗੀਆਂ। ਕਲੀਅਰੈਂਸ ਪ੍ਰਕਿਰਿਆ ਬੜੀ ਔਖੀ ਹੁੰਦੀ ਹੈ ਤਾਂ ਸੀਐਮ ਉਸ ਦੇ ਉੱਤੇ ਫੋਕਸ ਕਰਦੇ ਨਜ਼ਰ ਆ ਰਹੇ ਨੇ ਕਿ ਜਿਹੜੀ ਕਲੀਅਰੈਂਸ ਪ੍ਰਕਿਰਿਆ ਹੈ ਉਸ ਨੂੰ ਆਸਾਨ ਬਣਾ ਦਿੱਤਾ ਜਾਵੇ, ਸੌਖਾ ਕਰ ਦਿੱਤਾ ਜਾਵੇ। ਜੇਕਰ ਕੋਈ ਆਪਣੀ ਇੰਡਸਟਰੀ ਲਗਾਉਣਾ ਚਾਹੁੰਦਾ, ਕੋਈ ਛੋਟੇ ਸਕੇਲ ਦੇ ਉੱਤੇ, ਕੋਈ ਵੱਡੇ ਸਕੇਲ ਦੇ ਉੱਤੇ, ਕੋਈ ਬਾਹਰੋਂ ਆ ਕੇ ਇਨਵੈਸਟ ਕਰਨਾ ਚਾਹੁੰਦਾ ਪੰਜਾਬ ਦੇ ਵਿੱਚ ਤਾਂ ਉਸ ਨੂੰ ਆਸਾਨੀ ਹੋਵੇ, ਉਸ ਨੂੰ ਇੱਕ ਪਲੇਟਫਾਰਮ ਮਿਲ ਸਕੇ। ਇਹ ਨਾ ਹੋਵੇ ਕਿ ਉਹ ਜਿਹੜੀ ਕਲੀਅਰੈਂਸ ਵਾਲੀ ਪ੍ਰਕਿਰਿਆ ਉਹ ਇੰਨੀ ਜ਼ਿਆਦਾ ਗੁੰਝਲਦਾਰ ਹੋਵੇ ਕਿ ਸਮਾਂ ਬਹੁਤ ਲੱਗ ਜਾਵੇ। ਤਾਂ ਇਹ ਅਹਿਮ ਪੁਆਇੰਟਸ ਨੇ ਜੋ ਡਿਸਕਸ ਹੋਏ ਨੇ ਇਸ ਮੀਟਿੰਗ ਦੇ ਦੌਰਾਨ। ਤੇ ਇਹ ਵੀ ਸੀਐਮ ਦੇ ਵੱਲੋਂ ਕਿਹਾ ਗਿਆ ਕਿ ਖਾਸ ਤੌਰ ਤੇ ਤੁਸੀਂ ਫੋਕਸ ਉਸ ਇੰਡਸਟਰੀ ਦੇ ਉੱਤੇ ਦਿਵੋ ਜਿੱਥੇ ਰੋਜ਼ਗਾਰ ਜ਼ਿਆਦਾ ਹੁੰਦੇ ਹੈ। ਹੁਣ 2 ਤਰ੍ਹਾਂ ਦੀ ਇੰਡਸਟਰੀ ਹੁੰਦੀ ਹੈ, ਇੱਕ ਹੁੰਦੀ ਹੈ ਬਿਲਕੁਲ ਮਸ਼ੀਨਾਂ ਤੇ ਆਧਾਰਿਤ ਇੰਡਸਟਰੀ ਜਿੱਥੇ ਰੋਜ਼ਗਾਰ ਉਹਨੇ ਵੱਡੇ ਪੱਧਰ ਦੇ ਉੱਤੇ ਨਹੀਂ ਮਿਲਦਾ, ਪਰ ਬਹੁਤ ਸਾਰੀਆਂ ਜ਼ਿਆਦਾਤਰ ਇੰਡਸਟਰੀ ਅਜਿਹੀ ਹੁੰਦੀ ਹੈ ਕਿ ਜਿੱਥੇ ਰੋਜ਼ਗਾਰ ਬਹੁਤ ਵੱਡੇ ਪੱਧਰ ਦੇ ਉੱਤੇ ਹੁੰਦਾ ਹੈ। ਤੁਸੀਂ ਵੱਡੇ ਸ਼ਹਿਰਾਂ ਦੇ ਵਿੱਚ ਚਲੇ ਜਾਓ ਜਿੱਥੇ ਇੰਡਸਟਰੀ ਹੈ, ਮੰਡੀ ਗੋਬਿੰਦਗੜ੍ਹ, ਲੁਧਿਆਣਾ, ਜਲੰਧਰ ਜਾਂ ਫਿਰ ਹੋਰ ਜਿਹੜੇ ਪੰਜਾਬ ਦੇ ਹਿੱਸੇ ਨੇ ਜਿੱਥੇ ਬਹੁਤ ਵੱਡੀ ਇੰਡਸਟਰੀ ਲੱਗੀ ਹੋਈ ਤਾਂ ਇੱਕ ਇੰਡਸਟਰੀ ਦੇ ਵਿੱਚ 500 ਹਜ਼ਾਰ ਜਿਹੜੇ ਲੋਕ ਨੇ ਉਹ ਕੰਮ ਕਰਦੇ ਨੇ। ਉਹ ਅਲੱਗ-ਅਲੱਗ ਜਿਹੜੇ ਤੁਸੀਂ ਕਹਿ ਸਕਦੇ ਹੋ ਕੈਟਾਗਰੀ ਦੇ ਵਿੱਚ ਮਜ਼ਦੂਰ ਵਰਗ ਵੀ ਹੁੰਦਾ, ਉਹਨਾਂ ਦੇ ਵਿੱਚ ਕਲਰਕ ਵੀ ਹੁੰਦੇ ਨੇ, ਉਹਨਾਂ ਦੇ ਵਿੱਚ ਹੋਰ ਵੱਡੇ ਅਹੁਦਿਆਂ ਦੇ ਉੱਤੇ ਵੀ ਹੁੰਦੇ ਨੇ। ਯਾਨੀ ਰੋਜ਼ਗਾਰ ਹੁੰਦਾ ਉਹ ਪੰਜਾਬ ਦੇ ਲੋਕਾਂ ਦੇ ਲਈ ਜਾਂ ਜਿਹੜੇ ਪੰਜਾਬ ਦੇ ਵਿੱਚ ਲੋਕ ਰਹਿ ਰਹੇ ਨੇ ਉਹਨਾਂ ਦੇ ਲਈ ਰੋਜ਼ਗਾਰ ਦਾ ਇੱਕ ਵੱਡਾ ਸਾਧਨ ਹੁੰਦਾ ਹੈ। ਤਾਂ ਹੁਣ ਉਸ ਨੂੰ ਆਸਾਨ ਕੀਤਾ ਜਾਵੇ, ਫੋਕਸ ਇਸ ਸਮੇਂ ਨਜ਼ਰ ਆ ਰਿਹਾ ਹੈ ਸੀਐਮ ਦਾ। ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਮਸਲੇ ਹੱਲ ਕਰਨ ਸੂਬੇ ਦੇ ਲੋਕਾਂ ਤੋਂ ਸਮਾਂ ਮੰਗਿਆ ਕਿ ਸਮਾਂ ਦੇਵੋ, ਮਸਲੇ ਹੱਲ ਹੋਣਗੇ ਤੇ ਭਰੋਸਾ ਦਿੱਤਾ ਹੈ ਕਿ ਸਾਰੇ ਮਸਲਿਆਂ ਦਾ ਹੱਲ ਹੋਵੇਗਾ। ਪਰ ਵਿਰੋਧੀ ਧਿਰਾਂ ਮਾਨ ਦੇ ਵੱਲੋਂ ਮੰਗੇ ਸਮੇਂ ਤੇ ਆਪਣੀ ਅੰਦਾਜ਼ ਦੇ ਵਿੱਚ ਤੰਜ ਕੱਸ ਰਹੀਆਂ ਨੇ। पंजाब दे विच भगवंत मान दी सरकार बनी नूं करीब 1 महीना होने वाला है, पर विरोधी धिरां लगातार सरकार नूं उसदे वादे याद करवा रही ने। चोण वादियां तो लैके कानून व्यवस्था तक सवाल पूछे जा रहे ने। सिर्फ विरोधी धिरां ही नहीं, पंजाब दे लोग भी हुण मंत्रियों अगे चिट्टा रख के सवाल पूछ रहे ने कि एक कोड कदों खत्म होवेगा।
ਵਿਰੋਧੀ ਧਿਰਾਂ ਤੇ ਪੰਜਾਬ ਦੇ ਲੋਕਾਂ ਦੇ ਸਵਾਲਾਂ ਵਿਚਾਲੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਜਵਾਬ ਦਿੱਤਾ ਹੈ। ਸੀਐਮ ਮਾਨ ਨੇ ਆਪਣੀ ਫੇਸਬੁੱਕ ਪੋਸਟ ਤੇ ਲਿਖਿਆ, ਪੰਜਾਬੀਓ ਥੋੜਾ ਸਮਾਂ ਦਿਓ, ਥੋੜਾ ਸਬਰ ਕਰੋ। ਕੋਈ ਵੀ ਚੀਜ਼ ਅਜਿਹੀ ਨਹੀਂ ਹੈ ਜੋ ਮੈਨੂੰ ਮੂੰਹ ਜ਼ਬਾਨੀ ਯਾਦ ਨਾ ਹੋਵੇ। ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਜਲਦਬਾਜ਼ੀ ਨਾ ਕਰੀਏ, ਥੋੜਾ ਸਮਾਂ ਤਾਂ ਲੱਗੇਗਾ। ਸਭ ਦੇ ਮਸਲੇ ਹੱਲ ਹੋਣਗੇ। ਕੋਈ ਵੀ ਵਿਅਕਤੀ ਅਜਿਹਾ ਨਹੀਂ ਹੋਵੇਗਾ ਜਿਸ ਦੀ ਨਹੀਂ ਸੁਣੀ ਜਾਵੇਗੀ। ਉਧਰ ਵਿਰੋਧੀ ਧਿਰਾਂ ਮੁੱਖ ਮੰਤਰੀ ਨੂੰ ਸਮਾਂ ਦੇਣ ਦੇ ਲਈ ਤਿਆਰ ਨੇ, ਪਰ ਨਾਲ ਹੀ ਤੰਜ ਭਰੇ ਲਹਿਜੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਅੰਗਰੇਜ਼ਾਂ ਨੂੰ ਪੜ੍ਹਾਈ ਕਰਾਉਣ ਦੇ ਲਈ ਸਮਾਂ ਨਹੀਂ ਮਿਲੇਗਾ। ਵੈਂਡੇਟਾ ਪੋਲਿਟਿਕਸ ਛੱਡੋ ਤੇ ਡਿਵੈਲਪਮੈਂਟ ਕਮਿਟਮੈਂਟਸ ਜਿਨ੍ਹਾਂ ਲਈ ਤੁਹਾਨੂੰ 92 ਸੀਟਾਂ ਪੰਜਾਬੀਆਂ ਨੇ ਦਿੱਤੀਆਂ, ਉਹਨਾਂ ਤੇ ਆਪਣੇ ਰਿਜ਼ਲਟ ਸ਼ੋਅ ਕਰੋ। ਐਂਡ ਇੱਕ ਗੱਲ ਮੈਂ ਜ਼ਰੂਰ ਇਹ ਕਹਿਣੀ ਚਾਹੁੰਦਾ ਕਿ ਅੰਗਰੇਜ਼ਾਂ ਨੂੰ ਨੌਕਰੀਆਂ ਦੇਣ ਤੋਂ ਪਹਿਲਾਂ ਆਪਣੇ ਮੁੰਡਿਆਂ ਨੂੰ ਸਾਰਿਆਂ ਨੂੰ ਦੇ ਦੇਣਾ, ਤਾਂ ਕਿ ਇਹ ਨਾ ਹੋਵੇ ਕਿ ਅੰਗਰੇਜ਼ਾਂ ਕੋਲ ਜਾ ਕੇ ਨੌਕਰੀਆਂ ਲੈ ਲੈਣ ਤੇ ਅੰਗਰੇਜ਼ ਇੱਥੇ ਬੁਲਾਉਣੇ ਪੈਣ, ਸਾਡੇ ਕੋਲ ਕੰਮ ਕਰਨ ਵਾਲਾ ਕੋਈ ਨਾ ਰਹੇ। ਕੱਲ ਵੀ ਕਿਸੇ ਮੈਂ ਚੈਨਲ ਤੇ ਦੇਖ ਰਿਹਾ ਸੀ ਜੋ ਕਹਿੰਦੇ ਸੀ ਇਹ ਅੰਗਰੇਜ਼ ਬੁਲਾ ਲਏ, ਤੁਸੀਂ ਪਹਿਲੀ ਵਾਰ ਵੀ ਉਹ ਬਿਜ਼ਨਸ ਕਰਨੀ ਆਈ ਸੀ ਇੱਥੇ, ਤੇ ਫਿਰ ਕਈ ਸਾਲ ਜੜਾਉਂਦੇ ਰਹੇ, ਤੇ ਨਾਲੇ ਇਹ ਜਿਹੜਾ ਹੁਣ ਇਨਕਲਾਬ ਹੈ ਕਿਤੇ ਉਹਨਾਂ ਨੂੰ ਬੁਲਾਉਣ ਲਈ ਹੋ ਰਿਹਾ, ਅੱਗੇ ਤਾਂ ਉਹਨਾਂ ਨੂੰ ਭਜਾਉਣ ਲਈ ਹੋ ਰਿਹਾ ਸੀਗਾ। ਰਵਾਇਤੀ ਪਾਰਟੀਆਂ ਨੂੰ ਲਾਂਭੇ ਕਰਕੇ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ। ਇਸ ਲਈ ਪਾਰਟੀ ਤੋਂ ਉਮੀਦਾਂ ਵੀ ਵੱਡੀਆਂ ਨੇ। ਲੋਕ ਬਹੁਤ ਜਲਦ ਬਦਲਾਅ ਦੇਖਣ ਦੀ ਆਸ ਵਿੱਚ ਨੇ, ਪਰ ਮੁੱਖ ਮੰਤਰੀ ਭਰੋਸਾ ਦੇ ਰਹੇ ਨੇ ਬਦਲਾਅ ਹੋਵੇਗਾ ਜ਼ਰੂਰ, ਪਰ ਥੋੜਾ ਸਮਾਂ ਦਿਓ। ਚੰਡੀਗੜ੍ਹ ਤੋਂ ਅਮਨ ਭਰਦਵਾਜ ਦੇ ਨਾਲ ਬਿਊਰੋ ਰਿਪੋਰਟ, ਨਿਊਜ਼ 18। ਹੁਣ ਅੱਗੇ ਵਧਦੇ ਹਾਂ ਤੇ ਗੱਲ ਖੇਤੀ ਕਾਨੂੰਨਾਂ ਦੀ। ਖੇਤੀ ਕਾਨੂੰਨ 2020 ਦੇ ਵਿੱਚ ਕੇਂਦਰ ਦੀ ਸਰਕਾਰ ਲੈ ਕੇ ਆਈ, ਜ਼ਬਰਦਸਤ ਵਿਰੋਧ ਹੋਇਆ ਤੇ ਆਖਿਰ ਵਾਪਸ ਲੈਣੇ ਪਏ ਦਸੰਬਰ ਦੇ ਵਿੱਚ ਲੰਘੇ ਸਾਲ। ਤੇ ਹੁਣ ਕਰੀਬ 4-5 ਮਹੀਨਿਆਂ ਬਾਅਦ ਇੱਕ ਵਾਰ ਫਿਰ ਤੋਂ ਖੇਤੀ ਕਾਨੂੰਨਾਂ ਦਾ ਮੁੱਦਾ ਗੂੰਜ ਰਿਹਾ ਹੈ ਤੇ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਕਿਸਾਨਾਂ ਨੇ ਕਰੀਬ 1 ਸਾਲ ਦਿੱਲੀ ਦੀਆਂ ਅਮਰੂਹਾਂ ਦੇ ਉੱਤੇ ਅੰਦੋਲਨ ਕੀਤਾ, ਵਾਪਸ ਹੋ ਗਏ। ਹੁਣ 5 ਮਹੀਨੇ ਬਾਅਦ ਸਰਕਾਰ ਦੇ ਇੱਕ ਅਹਿਮ ਅਦਾਰੇ ਨੇ ਇਹ ਮੁੱਦਾ ਚੁੱਕਿਆ ਤਾਂ ਦੂਜੇ ਪਾਸੇ ਕਿਸਾਨ ਵੀ ਮੁੜ ਤੋਂ ਅੰਦੋਲਨ ਛੇੜਨ ਦੀ ਚੇਤਾਵਨੀ ਦੇ ਰਹੇ। ਖੇਤੀ ਕਾਨੂੰਨਾਂ ਦਾ ਮੁੱਦਾ ਇੱਕ ਵਾਰ ਫਿਰ ਤੋਂ ਉੱਠਿਆ ਹੈ। ਸਰਕਾਰ ਦੀਆਂ ਨੀਤੀਆਂ ਘੜਨ ਵਾਲੇ ਨੀਤੀ ਆਯੋਗ ਦੇ ਇੱਕ ਮੈਂਬਰ ਨੇ ਖੇਤੀ ਕਾਨੂੰਨਾਂ ਦੀ ਜ਼ੋਰਦਾਰ ਵਕਾਲਤ ਕੀਤੀ ਹੈ। ਖੇਤੀ ਦੇ ਸੁਧਾਰ ਦੇ ਲਈ ਖੇਤੀ ਕਾਨੂੰਨਾਂ ਦੀ ਸਖਤ ਜ਼ਰੂਰਤ ਦੱਸੀ ਹੈ। ਨੀਤੀ ਆਯੋਗ ਦੇ ਮੈਂਬਰ ਡਾਕਟਰ ਰਮੇਸ਼ ਚੰਦ ਨੇ ਕਿਹਾ, ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਯਤਨਾਂ ਨੂੰ ਝਟਕਾ ਲੱਗਿਆ ਹੈ। ਖੇਤੀ ਖੇਤਰ 'ਚ ਸੁਧਾਰ ਬੇਹੱਦ ਜ਼ਰੂਰੀ ਨੇ। ਕੁਝ ਕਿਸਾਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸਨ। ਮੈਨੂੰ ਲੱਗਦਾ ਹੈ ਕਿ ਇਸ ਤੇ ਤੁਰੰਤ ਸੂਬਿਆਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਖੇਤੀ ਖੇਤਰ 'ਚ ਸੁਧਾਰ ਲਈ ਲੋਕਾਂ ਦੇ ਸੁਝਾਅ ਸਾਡੇ ਕੋਲ ਆ ਰਹੇ ਨੇ, ਪਰ ਕਿਸ ਤਰ੍ਹਾਂ ਕਿਸ ਰੂਪ 'ਚ, ਇਸ ਦੇ ਲਈ ਸਾਨੂੰ ਥੋੜਾ ਇੰਤਜ਼ਾਰ ਕਰਨਾ ਚਾਹੀਦਾ ਹੈ। ਨੀਤੀ ਆਯੋਗ ਦੇ ਮੈਂਬਰ ਦੇ ਬਿਆਨ ਤੇ ਕਿਸਾਨ ਆਗੂਆਂ ਦੇ ਵੱਲੋਂ ਤਿੱਖੇ ਪ੍ਰਤੀਕਰਮ ਸਾਹਮਣੇ ਆਏ ਨੇ। ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਖੇਤੀ ਕਾਨੂੰਨ ਦੁਬਾਰਾ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਫਿਰ ਤੋਂ ਅੰਦੋਲਨ ਛਿੜਿਆ ਜਾਵੇਗਾ। ਕੱਲ ਭਾਰਤ ਦੇ ਨੀਤੀ ਆਯੋਗ ਰਮੇਸ਼ ਚੰਦ ਜੀ ਦਾ ਬਿਆਨ ਆ ਗਿਆ ਕਿ ਅਸੀਂ ਦੁਬਾਰਾ ਰਾਜਾਂ ਨਾਲ ਸਲਾਹ ਕਰਕੇ ਖੇਤੀ ਕਾਨੂੰਨ ਲਿਆਵਾਂਗੇ ਔਰ ਖੇਤੀ ਕਾਨੂੰਨ ਚੰਗੇ ਸੀ, ਇਹ ਭਾਰਤ ਦੇ ਖੇਤੀ ਲਈ ਚੰਗੇ ਆ। ਇਹਦਾ ਗੁਣਗਾਨ ਵੀ ਉਹਨਾਂ ਨੇ ਕੀਤਾ। ਬਿਲਕੁਲ ਸਖਤ ਰੂਪ ਵਿੱਚ ਤਾੜਨਾ ਦਿੰਦੇ ਆ। ਜੇ ਭਾਰਤ ਸਰਕਾਰ ਕਿਤੇ ਦੁਬਾਰਾ ਖੇਤੀ ਦੇ ਕਾਨੂੰਨ ਲੈ ਕੇ ਆਈ ਤਾਂ 130 ਕਰੋੜ ਭਾਰਤ ਦੇ ਲੋਕ ਇਹਨਾਂ ਦੇ ਖਿਲਾਫ ਪ੍ਰਚੰਡ ਜਿਹੜਾ ਅੰਦੋਲਨ ਸ਼ੁਰੂ ਕਰਨਗੇ। ਅੱਜ ਉਹਨਾਂ ਦਾ ਬਿਆਨ ਆ ਗਿਆ ਤਾਂ ਸਾਡੀ ਮੀਟਿੰਗ ਵੀ ਅੱਜ ਮੁੱਲਾਪੁਰ ਦੇ ਵਿੱਚ ਬੁਲਾਈ ਹੋਈ ਸੀ ਸਾਡੀ ਪਹਿਲਾਂ ਹੀ, ਉਹਦੇ ਵਿੱਚ ਫੈਸਲਾ ਹੋ ਜਾਣਾ ਵੀ ਦਿੱਲੀ ਨੂੰ ਦੁਆਰੇ ਚਾਲੇ ਕਿੱਦਣ ਪਾਉਣੇ ਆ। ਸਾਰੀਆਂ ਕਿਸਾਨ ਜਥੇਬੰਦੀਆਂ ਨੂੰ, ਹੋਰ ਕਿਰਤੀ ਲੋਕਾਂ ਨੂੰ ਨਾਲ ਲੈ ਕੇ ਫਿਰ ਦਿੱਲੀ ਦੇ ਬਾਰਡਰਾਂ ਵੱਲ ਨੂੰ ਜਾਣ ਦੀ ਤਿਆਰੀ ਕਰਾਂਗੇ ਜੇ ਕੋਈ ਗਲਤ ਸਟੈਪ ਸਰਕਾਰ ਨੇ ਚੱਕਿਆ। ਨੀਤੀ ਆਯੋਗ ਦਾ ਤਰਕ ਹੈ ਕਿ ਖੇਤੀ ਕਾਨੂੰਨ ਲਿਆਂਦੇ ਬਿਨਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਮੁਸ਼ਕਲ ਹੈ, ਪਰ ਕਿਸਾਨ ਆਗੂਆਂ ਦਾ ਤਰਕ ਹੈ ਕਿ ਖੇਤੀ ਕਾਨੂੰਨ ਕਿਸਾਨੀ ਦੀ ਕਬਰ ਪੁੱਟਣ ਵਾਲੇ ਸਨ। 1 ਸਾਲ ਕਿਸਾਨਾਂ ਨੇ ਦਿੱਲੀ ਦੇ ਬਾਰਡਰਾਂ ਤੇ ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਅਖੀਰ ਨਵੰਬਰ 2021 ਦੇ ਵਿੱਚ ਕੇਂਦਰ ਸਰਕਾਰ ਨੇ ਤਿੰਨੇ ਖੇਤੀ ਕਾਨੂੰਨ ਵਾਪਸ ਲੈ ਲਏ ਸਨ। ਬਿਊਰੋ ਰਿਪੋਰਟ, ਨਿਊਜ਼ 18। ਹੁਣ ਅੱਗੇ ਵਧਦੇ ਹਾਂ ਤੇ ਗੱਲ ਕਿਸਾਨਾਂ ਦੀ ਹੀ ਕਰਾਂਗੇ। ਕਿਸਾਨਾਂ ਦੀ ਫਸਲ ਦੀ ਹੋਏਗੀ। ਕਣਕ ਦੀ ਫਸਲ ਪੱਕ ਕੇ ਬਿਲਕੁਲ ਤਿਆਰ ਹੈ। ਬਹੁਤ ਸਾਰੀਆਂ ਥਾਵਾਂ ਦੇ ਉੱਤੇ ਕਣਕ ਦੀ ਵਾਢੀ ਹੋ ਵੀ ਗਈ ਹੈ, ਸ਼ੁਰੂ ਹੋ ਚੁੱਕੀ ਹੈ, ਪਰ ਕੁਝ ਥਾਵਾਂ ਦੇ ਉੱਤੇ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜੋ ਪਰੇਸ਼ਾਨ ਕਰਦੀਆਂ ਨੇ। 12 ਏਕੜ ਕਣਕ ਦੀ
ਫਸਲ ਸੜ ਗਈ। ਮੋਗਾ ਦੇ ਵਿੱਚ ਉੱਥੇ ਕੰਬਾਈਨ ਖੜੀ ਸੀ, ਉਹ ਵੀ ਸੜ ਗਈ। ਤੇ ਇੱਕ ਖਬਰ ਆਈ ਮੁਕਤਸਰ ਤੋਂ, ਲੁਬਾਣਿਆਂ ਵਾਲੀ ਤੋਂ, ਜਿੱਥੇ 20 ਏਕੜ ਕਣਕ ਸੜ ਗਈ। 20 ਏਕੜ ਦਾ ਨੁਕਸਾਨ ਹੋਇਆ ਹੈ। ਰਾਈਆਂ ਵਾਲਾ ਫਰੀਦਕੋਟ ਤੋਂ ਤਸਵੀਰਾਂ ਦਿਖਾ ਰਹੇ ਜਿੱਥੇ 6 ਏਕੜ ਕਣਕ ਸੜ ਕੇ ਸੁਆਹ ਹੋ ਗਈ। ਵਜ੍ਹਾ ਛੁੱਟ ਜੀ ਹੁੰਦੀ ਹੈ ਕਿ ਕਈ ਵਾਰ ਸਪਾਰਕਿੰਗ ਹੁੰਦੀ ਹੈ, ਜਿਵੇਂ ਟਰਾਂਸਫਾਰਮਰ ਲੱਗੇ ਹੁੰਦੇ ਨੇ ਤਾਂ ਉੱਥੇ ਸਪਾਰਕਿੰਗ ਹੋਈ ਤਾਂ ਉਸ ਤੋਂ ਬਾਅਦ ਉਹ ਚਿੰਗਿਆੜੀਆਂ ਹੇਠਾਂ ਜਾ ਕੇ ਕਣਕ ਦੇ ਉੱਤੇ ਡਿੱਗੀਆਂ। ਕਣਕ ਬਿਲਕੁਲ ਪੱਕ ਕੇ ਜਦੋਂ ਤਿਆਰ ਹੁੰਦੀ ਹੈ, ਇੰਨੀ ਜ਼ਬਰਦਸਤ ਗਰਮੀ ਦੇ ਵਿੱਚ ਤਾਂ ਇੱਕ ਚਿੰਗਿਆੜੀ ਵੀ ਭਾਂਬੜ ਦਾ ਰੂਪ ਧਾਰਨ ਕਰ ਲੈਂਦੀ ਹੈ ਤੇ ਉਸ ਤੋਂ ਬਾਅਦ ਇਹ ਅੱਗ ਲੱਗਦੀ ਹੈ ਤੇ ਐਡਾ ਵੱਡਾ ਨੁਕਸਾਨ ਹੋ ਜਾਂਦਾ ਹੈ। ਤਾਂ ਇਹ 3 ਤਸਵੀਰਾਂ ਨੇ। ਹੁਣ ਜਿਹੜੇ ਕਿਸਾਨ ਨੇ ਇਸ ਘਟਨਾਕ੍ਰਮ ਤੋਂ ਬਾਅਦ ਸਰਕਾਰ ਦੇ ਵੱਲ ਦੇਖ ਰਹੇ ਨੇ, ਮੁਆਵਜ਼ੇ ਦੀ ਮੰਗ ਹੋ ਰਹੀ ਹੈ। ਇਹ ਤਸਵੀਰਾਂ ਨੇ ਮੋਗਾ ਦੀਆਂ, ਜਿੱਥੇ ਕੱਚਾ ਦੁਸਾਂਝ ਰੋਡ ਤੇ ਕਿਸਾਨਾਂ ਦੀ ਸੋਨੇ ਰੰਗੀ ਫਸਲ ਅੱਗ ਦੀ ਚਪੇਟ ਵਿੱਚ ਆ ਗਈ। ਹਰ ਪਾਸੇ ਅੱਗ ਦੀਆਂ ਲਪਟਾਂ ਹੀ ਦਿਖਾਈ ਦੇ ਰਹੀਆਂ ਨੇ ਤੇ ਨਾਲ ਹੀ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਨੇ, ਪਰ ਅੱਗ ਦੀਆਂ ਲਪਟਾਂ ਲਗਾਤਾਰ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਕਿਸਾਨਾਂ ਨੇ ਖੁਦ ਵੀ ਮੋਰਚਾ ਸੰਭਾਲਿਆ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ਤੇ ਪਹੁੰਚੀਆਂ, ਪਰ ਜਦੋਂ ਤੱਕ ਅੱਗ ਤੇ ਕਾਬੂ ਪਾਇਆ ਗਿਆ ਤਾਂ ਫਿਰ ਇਹ ਤਸਵੀਰਾਂ ਕੈਮਰੇ 'ਚ ਕੈਦ ਹੋਈਆਂ। ਕਿਸਾਨਾਂ ਵੱਲੋਂ ਰਾਤਾਂ ਜਾਗ ਕੇ ਸੱਪਾਂ ਦੀਆਂ ਸਿਰੀਆਂ ਨੱਪ ਕੇ ਖੂਨ ਪਸੀਨੇ ਦੇ ਨਾਲ ਪਾਲੀ ਫਸਲ ਕੁਝ ਹੀ ਪਲਾਂ ਦੇ ਵਿੱਚ ਰਾਖ ਦੇ ਵਿੱਚ ਬਦਲ ਗਈ। ਨਾ ਸਿਰਫ ਫਸਲ, ਸਗੋਂ ਫਸਲ ਦੀ ਕਟਾਈ ਕਰੀ ਕੰਬਾਈਨ ਵੀ ਅੱਗ ਦੀ ਚਪੇਟ ਵਿੱਚ ਆ ਗਈ ਤੇ ਅੱਗ ਲੱਗਣ ਦੇ ਬਾਅਦ ਕੰਬਾਈਨ ਦੀ ਹਾਲਤ ਨੂੰ ਇਹ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ। ਅੱਗ ਜੀ ਮਸ਼ੀਨ ਚੱਲੀ ਜਾਂਦੀ ਸੀ, ਜਦੋਂ ਲਾਈਟ ਆਈ 10 ਵਜੇ ਪੂਰੇ ਸਪਾਰਕ ਵੱਜੀ ਹੈ। ਲਾਈਟ ਸਪਾਰਕ ਜਦੋਂ ਵੱਜ ਗਈ ਤੇ ਚੰਗਿਆੜੇ ਡਿੱਗੇ ਤੇ ਅੱਗ ਚੱਲ ਪਈ ਜੀ। ਅੱਗ ਪੂਰੀ ਤੇਜ਼ ਹੋ ਗਈ, ਹਵਾ ਤੇਜ਼ ਸੀਗੀ। ਕਿੰਨੀ ਕੁ ਫਸਲ ਨੂੰ ਖਰਾਬ ਹੋ ਗਈ ਜੀ? ਇਹ ਘੱਟੋ ਘੱਟ 8 ਕਿੱਲੇ ਆਪਣੇ ਖਰਾਬ ਹੋ ਗਏ, ਜਮਾਂ ਸੜ ਕੇ ਸੁਆਹ ਹੋ ਗਏ ਆ ਜੀ। ਇਸ ਤੋਂ ਇਲਾਵਾ ਹੋਰ ਵੀ ਅੱਗ ਲੱਗੀ ਹੈ? ਹਾਂਜੀ, ਕਿਸੇ ਦਾ 4 ਕਨਾਲਾਂ, ਕਿਸੇ ਦਾ ਕਿੱਲਾ ਐ ਮੱਚਿਆ ਜੀ। ਕਿੰਨੀ ਅੱਗ ਟੋਟਲ ਲੱਗੀ ਹੈ? ਕਿੰਨੀ ਫਸਲ ਖਰਾਬ ਹੋ ਗਈ ਹੈ? ਟੋਟਲ 10 ਕਿੱਲੇ ਆ ਜੀ। ਇਹ ਹੋਈ ਬਿਜਲੀ ਦੇ ਸ਼ਾਰਟ ਸਰਕਟ ਨਾਲ? ਬਿਜਲੀ ਆ ਦੇਖੋ, ਤਾਰਾਂ ਜਮਾਂ ਥੱਲੇ ਲੱਗੀਆਂ ਪਈਆਂ, ਤਾਰਾਂ ਦਾ ਜਮਾਂ ਥੱਲੇ ਬੰਦੇ ਦੇ ਹੱਥ ਲਾਈ ਜਾਂਦੇ ਜੀ ਸਾਰੇ। ਅੱਗ ਲੱਗਣ ਦੀ ਵਜ੍ਹਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਤੇ ਇਹਨਾਂ ਅੱਗ ਦੀਆਂ ਲਪਟਾਂ ਨੇ ਕਿਸਾਨਾਂ ਦੀਆਂ ਆਸਾਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਤੇ ਹੁਣ ਕਿਸਾਨ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਨੇ। ਕੰਬਾਈਨ ਸੜ ਕੇ ਸਵਾਹ ਹੋ ਗਈ, ਜਮਾਂ ਖਤਮ ਹੋ ਗਈ ਹੈ ਜੀ। ਕੰਪਲੀਟ ਪਹਿਲਾਂ ਕੀਤੀ ਸੀ। ਇਹ ਕੰਬਾਈਨ ਕਿੱਥੋਂ ਆਈ ਸੀਗੀ? ਕੰਬਾਈਨ ਇਹ ਤਰਨ ਤੋਂ ਆਈ ਸੀਗੀ। ਇਹ ਕਟਾਈ ਵਾਸਤੇ ਮੰਗਵਾਈ? ਕਟਾਈ ਵਾਸਤੇ ਆਉਂਦੀ, ਹਰ ਇੱਕ ਸਾਲ ਆਉਂਦੀ ਹੈ ਜੀ। ਮੰਗ ਸਰਕਾਰ ਤੋਂ ਇਹ ਹੈ ਮੁਆਵਜ਼ਾ ਦਿੱਤਾ ਜਾਵੇ। ਪੁੱਤਾਂ ਵਾਂਗੂ ਪਾਲੀ ਸੀ ਫਸਲ, ਆ ਦੇਖ ਆਉਣਾ ਚਾਅ ਨਾਲ ਵੱਢਣੀ ਸੀ ਸਾਰੀ। ਅਜਿਹੀਆਂ ਤਸਵੀਰਾਂ ਮੁੜ ਕੈਮਰੇ ਦੇ ਵਿੱਚ ਕੈਦ ਨਾ ਹੋਣ, ਮੁੜ ਅੰਦਾਤਾ ਦੇ ਸੁਪਨੇ ਚਕਨਾਚੂਰ ਨਾ ਹੋਣ, ਇਸ ਵਾਸਤੇ ਕਿਸਾਨਾਂ ਨੂੰ ਖੁਦ ਵੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਤਾਂ ਜੋ ਸਮਾਂ ਰਹਿੰਦਿਆਂ ਵੱਡੇ ਖਤਰੇ ਨੂੰ ਟਾਲਿਆ ਜਾ ਸਕੇ। ਮੋਗਾ ਤੋਂ ਦੀਪਕ ਸਿੰਗਲਾ, ਨਿਊਜ਼ 18 ਪੰਜਾਬ।